ਤਾਂ ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਪਹਿਲਾਂ ਅਸੀਂ ਵਰਤਮਾਨ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਕੁਝ ਗੱਲਾਂ ਕਰ ਚੁੱਕੇ ਹਾਂ। ਉਸ ਵਿੱਚ ਭਾਰਤ ਦਾ ਪ੍ਰਾਚੀਨ ਕਾਲ, ਜਿਹੜਾ ਕਿ ਚੌਲ ਵੰਸ਼ ਤੋਂ ਸ਼ੁਰੂ ਹੋਇਆ, ਜਿਸ ਵਿੱਚ ਪ੍ਰਸ਼ਾਸਨ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉਹਨਾਂ ਦੇ ਰਾਜਾਂ ਦੀ ਇੱਕ ਵਿਸ਼ੇਸ਼ਤਾ ਸੀ ਕਿ ਉਹ ਆਪਣੇ ਆਪ ਨੂੰ ਸੁਤੰਤਰ ਮੰਨਦੇ ਸਨ। ਇਸ ਦੇ ਨਾਲ ਹੀ ਕੁਝ ਕਮੇਟੀ ਸਿਸਟਮ ਵੀ ਲਾਗੂ ਹੋਇਆ, ਜਿਸ ਨੂੰ ਅਸੀਂ ਵਰਿਆਮ ਪ੍ਰਣਾਲੀ ਕਹਿੰਦੇ ਹਾਂ, ਜਿਸ ਵਿੱਚ ਕਈ ਕਮੇਟੀਆਂ ਸਨ: ਸਫਾਈ ਕਮੇਟੀ, ਪਾਣੀ ਕਮੇਟੀ, ਕਰ ਕਮੇਟੀ, ਪ੍ਰਬੰਧ ਕਮੇਟੀ, ਨਿਆਇਕ ਕਮੇਟੀ। ਠੀਕ ਹੈ, ਇਹ ਸਾਰੇ ਕੰਮ ਪ੍ਰਸ਼ਾਸਨ ਦੇ ਛੋਟੀ ਇਕਾਈਆਂ ਵਿੱਚ ਵੰਡਿਆ ਹੋਇਆ ਸੀ। ਪਿੰਡਾਂ ਤੋਂ ਪਰਗਣਿਆਂ ਤੱਕ, ਪਰਗਣਿਆਂ ਤੋਂ ਬਲਾਕਾਂ ਤੱਕ, ਬਲਾਕਾਂ ਤੋਂ ਅੱਗੇ ਵਾਰਡਾਂ ਵਿੱਚ, ਅਤੇ ਵਾਰਡ ਦੇ ਹਰ ਇੱਕ ਮੈਂਬਰ ਇਸ ਦੇ ਚੁਣੇ ਹੋਏ ਮੈਂਬਰਾਂ ਵਿੱਚੋਂ ਸਨ ਅਤੇ ਉਹ ਉਮੀਦਵਾਰਾਂ ਦੇ ਨਾਂ ਦੀ ਸਿਫਾਰਿਸ਼ ਕਰ ਸਕਦੇ ਸਨ। ਇਹਨਾਂ ਉਮੀਦਵਾਰਾਂ ਦੇ ਨਾਂ ਪਾਮ ਦੇ ਪੱਤਿਆਂ 'ਤੇ ਲਿਖ ਕੇ ਡੱਬੇ ਵਿੱਚ ਪਾ ਦਿੱਤੇ ਜਾਂਦੇ ਅਤੇ ਡੱਬੇ ਵਿੱਚੋਂ ਕੋਈ ਵੀ 30 ਪਾਮ ਦੇ ਪੱਤੇ ਵਾਰੀ ਇੱਕ ਬੱਚੇ ਦੁਆਰਾ ਕਢਵਾਏ ਜਾਂਦੇ, ਜਿਨ੍ਹਾਂ ਦਾ ਨਾਂ ਬੱਚੇ ਦੁਆਰਾ ਡੱਬੇ ਵਿੱਚੋਂ ਬਾਹਰ ਕੱਢੇ ਜਾਂਦੇ ਸਨ। ਉਸ ਨੂੰ ਮੈਂਬਰ ਨਿਯੁਕਤ ਕਰ ਦਿੱਤਾ ਜਾਂਦਾ ਸੀ। ਇਹ ਚੋਣ ਅੱਗੇ ਜਾ ਕੇ ਸਾਡੇ ਲੋਕਤੰਤਰ ਵਿੱਚ ਕਾਫੀ ਪ੍ਰਫੁੱਲਿਤ ਹੋਈ, ਜੋ ਅੱਜ ਵੀ ਪਿੰਡਾਂ ਵਿੱਚ, ਬਲਾਕਾਂ ਵਿੱਚ ਜਾਂ ਜ਼ਿਲ੍ਹਿਆਂ ਵਿੱਚ ਜਾਂ ਰਾਜਾਂ ਵਿੱਚ ਜਾਂ ਦੇਸ਼ ਚੁਣਨ ਲਈ ਸਹਾਇਕ ਸਿੱਧ ਹੋਇਆ। ਮੈਂ ਫਿਰ ਇੱਕ ਵਾਰੀ ਰਿਪੀਟ ਕਰ ਰਿਹਾ ਕਿ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਸਨ, ਉਹਨਾਂ ਦੇ 30 ਮੈਂਬਰ, ਜਿਨ੍ਹਾਂ ਦੀ ਚੋਣ ਇੱਕ ਪਾਮ ਦੇ ਪੱਤੇ ਉੱਤੇ ਲਿਖੇ ਮੈਂਬਰਾਂ ਦੇ ਨਾਮ ਨੂੰ ਇੱਕ ਡੱਬੇ ਵਿੱਚ ਪਾ ਦਿੱਤੇ ਜਾਂਦੇ ਸਨ ਅਤੇ ਇੱਕ ਛੋਟੇ ਬੱਚੇ ਕੋਲੋਂ ਚੋਣ ਕੀਤੀ ਜਾਂਦੀ ਹੈ, ਜਿਹੜੀ ਕਿ ਅੱਗੋਂ ਲੋਕਤੰਤਰ ਲਈ ਕਾਫੀ ਕਾਰਗਰ ਸਿੱਧ ਹੋਈ। ਅਗਲਾ ਪੁਆਇੰਟ, ਮੱਧਕਾਲ। ਇਹ ਤਾਂ ਆਪਾਂ ਪਹਿਲਾਂ ਗੱਲ ਕੀਤੀ ਪ੍ਰਾਚੀਨ ਕਾਲ 'ਚ। ਹੁਣ ਮੱਧਕਾਲ 'ਚ ਯੂਰਪ ਵਿੱਚ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫੈਸਲੇ ਮੱਧ ਕਾਲ ਦੇ ਯੁੱਗ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਹ ਕਾਲ 7ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੰਨਿਆ ਜਾਂਦਾ ਹੈ। ਇਸ ਕਾਲ ਦੀ ਭੂਮੀ ਵਿੱਚ ਵੰਡ ਹੋਈ, ਜਿਸ ਨੂੰ ਆਪਾਂ ਸਮੰਤਵਾਦ ਦਾ ਕਾਲ ਵੀ ਕਹਿੰਦੇ ਹਾਂ। ਭੂਮੀ ਰਾਜਾਂ ਵਿੱਚ ਵੰਡੀ ਗਈ। ਇਹਨਾਂ ਰਾਜਾਂ ਦੇ ਆਧਾਰ 'ਤੇ ਹੀ ਭੂਮੀ ਦੇ ਬਦਲੇ ਸਮਤਾਂ ਤੋਂ ਸੈਨਿਕਾਂ
ਤੇ ਆਰਥਿਕ ਸਹਾਇਤਾ ਪ੍ਰਾਪਤ ਕੀਤੀ ਜਾਂਦੀ। ਸਮੰਤ ਅੱਗੇ ਕਾਸ਼ਤਕਾਰਾਂ ਨੂੰ ਭੂਮੀ ਵੰਡ ਦਿੰਦੇ। ਕਾਸ਼ਤਕਾਰਾਂ ਨੂੰ ਭੂਮੀ ਤੋਂ ਉਪਜ ਪੈਦਾ ਕਰਨ ਲਈ ਜ਼ਮੀਨ ਦਿੱਤੀ ਜਾਂਦੀ। ਸਮੰਤ ਅਤਿਆਚਾਰੀ ਹੁੰਦੇ ਸਨ। ਇਸ ਯੁੱਗ ਵਿੱਚ ਹਨੇਰੇ ਦਾ ਯੁੱਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕਾਫੀ ਕਾਸ਼ਤਕਾਰਾਂ ਤੋਂ ਕਰ ਵਸੂਲ ਕੀਤਾ ਜਾਣ ਲੱਗ ਪਿਆ। ਇਸ ਯੁੱਗ ਵਿੱਚ ਲੋਕਤੰਤਰ ਦੇ ਕਈ ਅੰਸ਼ ਨਹੀਂ ਮਿਲਦੇ। ਆਮ ਜਨਤਾ ਨੂੰ ਕੋਈ ਅਧਿਕਾਰ ਨਹੀਂ ਸੀ। ਇਸ ਯੁੱਗ ਦੇ ਅੰਤ ਵਿੱਚ ਪੁਨਰ ਜਾਗਰਤੀ ਦੀ ਲਹਿਰ ਸ਼ੁਰੂ ਹੋ ਗਈ। ਪੁਨਰ ਜਾਗਰਿਤ ਮਤਲਬ ਸੁਤੰਤਰ। ਇਸ ਕਾਲ ਵਿੱਚ ਲੋਕਤੰਤਰ ਦਾ ਉਭਾਰ ਨਹੀਂ ਹੋ ਸਕਿਆ, ਕਿਉਂਕਿ ਇਸ ਯੁੱਗ ਦੇ ਹਾਲਾਤ ਸਮੰਤਵਾਦ ਦੇ ਪੱਖ ਵਿੱਚ ਸਨ। ਮੱਧ ਕਾਲ ਵਿੱਚ ਸਮੰਤਵਾਦ ਦਾ ਜ਼ੋਰ ਜ਼ਿਆਦਾ ਰਿਹਾ। ਸਮੰਤਾਂ ਨੇ ਭੂਮੀ ਕਾਸ਼ਤਕਾਰਾਂ ਨੂੰ ਦਿੱਤੀ, ਅਰਥਾਤ ਕਿਸਾਨਾਂ ਨੂੰ। ਇੱਕ ਤਾਂ ਸੈਨਿਕ ਤੇ ਆਰਥਿਕ ਸਹਾਇਤਾ ਦਿੱਤੀ, ਪਰ ਆਪ ਅਤਿਆਚਾਰੀ ਬਣ ਗਏ। ਇਸ ਸਮੇਂ ਵੀ ਲੋਕਤੰਤਰ ਸਥਾਪਿਤ ਨਹੀਂ ਹੋ ਸਕਿਆ, ਨਾ ਪ੍ਰਾਚੀਨ ਕਾਲ 'ਚ ਤੇ ਨਾ ਮੱਧ ਕਾਲ ਦੇ ਵਿੱਚ। ਅੱਗੋਂ ਅਗਲਾ ਪੁਆਇੰਟ ਆਧੁਨਿਕ ਕਾਲ। ਰਾਜਿਆਂ ਦੀ ਨਿਰੰਕੁਸ਼ਤਾ ਤੇ ਦਮਨਕਾਰੀ ਨੀਤੀਆਂ ਵਿਰੁੱਧ ਯੂਰਪ ਵਿੱਚ ਵਿਰੋਧੀ ਪ੍ਰਕਿਰਿਆ ਸ਼ੁਰੂ ਹੋ ਗਈ। ਮਾਂਟੇਸਕਿਊ, ਵਾਲਟੇਅਰ ਤੇ ਰੂਸੋ ਵਰਗੇ ਵਿਦਵਾਨਾਂ ਨੇ ਨਵੇਂ ਵਿਚਾਰਾਂ ਨੇ ਰਾਜਿਆਂ ਦੀ ਜਨਤਾ ਉੱਤੇ ਪਕੜ ਨੂੰ ਕਮਜ਼ੋਰ ਕਰ ਦਿੱਤਾ। ਰਾਜਿਆਂ ਦੇ ਦੈਵੀ ਅਧਿਕਾਰਾਂ ਨੂੰ ਇੰਗਲੈਂਡ ਦੀ ਸੰਸਦ ਨੇ ਚੁਣੌਤੀ ਦਿੱਤੀ। ਰਾਜਤੰਤਰ ਨੂੰ ਸੰਵਿਧਾਨਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ ਗਿਆ। ਅਖੀਰ ਵਿੱਚ ਸੰਸਦੀ ਲੋਕਤੰਤਰ ਦੀ ਜਿੱਤ ਹੋਈ। ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਦੀ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ਾਂ ਨੂੰ ਸਥਾਪਿਤ ਕੀਤਾ। ਆਧੁਨਿਕ ਕਾਲ ਵਿੱਚ ਰਾਜਿਆਂ ਦੀ ਸ਼ਕਤੀ ਨੂੰ ਘਟਾਇਆ ਗਿਆ, ਸ਼ਕਤੀ ਨੂੰ ਘੱਟ ਕੀਤਾ ਗਿਆ। ਇਸ ਨੂੰ ਘਟਾਉਣ ਲਈ ਤਿੰਨ ਵਿਦਵਾਨ ਮਹੱਤਵਪੂਰਨ ਸਨ: ਮਾਂਟੈਸਕਿਊ, ਵਾਲਟੇਅਰ ਤੇ ਰੂਸੋ, ਜਿਨ੍ਹਾਂ ਨੇ ਰਾਜੇ ਦੀ ਦੈਵੀ ਸ਼ਕਤੀ ਨੂੰ ਚੁਣੌਤੀ ਦਿੱਤੀ। ਰਾਜਤੰਤਰ ਨੂੰ ਸੰਵਿਧਾਨਿਕ ਲੋਕਤੰਤਰ ਵਿੱਚ ਬਦਲ ਦਿੱਤਾ। ਇਸ ਤੋਂ ਹੀ ਲੋਕਤੰਤਰ ਦੀ ਸ਼ੁਰੂਆਤ ਹੋਈ।
ਲੋਕਤੰਤਰ ਦੀ ਸ਼ੁਰੂਆਤ ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਲਈ ਪ੍ਰੇਰਿਆ। ਇੰਗਲੈਂਡ ਤੋਂ ਹੀ ਸ਼ੁਰੂਆਤ ਹੋ ਗਈ ਸੀ ਲੋਕਤੰਤਰ ਦੀ। ਅੱਗੇ ਬਲੂ ਬਾਕਸ ਵਿੱਚ ਕੁਝ ਲਾਈਨਾਂ ਲਿਖੀਆਂ ਨੇ ਲੋਕਤੰਤਰ ਦੀ। ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੇ ਚੁਣੇ ਹੋਏ ਨੇਤਾ ਕੋਲ ਹੁੰਦੀ ਹੈ। ਲੋਕਾਂ ਨੂੰ ਆਪਣੀ ਪਸੰਦ ਦੇ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ। ਲੋਕਤੰਤਰ ਪ੍ਰਣਾਲੀ ਵਿੱਚ ਜਨਤਕ ਪ੍ਰਭੂਤਾ ਜਾਂ ਪ੍ਰਭੂਸੱਤਾ ਦਾ ਸਿਧਾਂਤ ਲਾਗੂ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਲੋਕਤੰਤਰ ਵਿੱਚ ਪ੍ਰਭੂਸੱਤਾ ਅਸਲ ਵਿੱਚ ਸਾਰੇ ਲੋਕਾਂ ਕੋਲ ਹੁੰਦੀ ਹੈ। ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਕਿਹਾ ਹੈ, ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਬਣਾਈ ਸਰਕਾਰ ਹੈ। ਲੋਕਤੰਤਰ ਪ੍ਰਣਾਲੀ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ। ਲੋਕਾਂ ਦੁਆਰਾ ਬਣਾਏ ਸੰਵਿਧਾਨ ਨੂੰ ਕਾਨੂੰਨੀ ਪੱਖ ਤੋਂ ਸਰਵਉੱਚਤਾ ਪ੍ਰਾਪਤ ਹੁੰਦੀ ਹੈ। ਪਰਿਭਾਸ਼ਾ ਦੇ ਆਧਾਰ 'ਤੇ ਪਹਿਲਾ ਸੀਲੇ ਅਨੁਸਾਰ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ। ਦੂਸਰਾ ਯੂਨਾਨ ਦੇ ਪ੍ਰਸਿੱਧ ਲੇਖਕ ਹੈਰੋਡੋਟਸ ਅਨੁਸਾਰ ਪ੍ਰਜਾਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਸਭ ਤੋਂ ਉੱਚੀ ਸ਼ਕਤੀ ਲੋਕਾਂ ਕੋਲ ਹੈ। ਤੀਸਰਾ ਲਾਰਡ ਬ੍ਰਾਈਸ ਅਨੁਸਾਰ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਸ਼ਕਤੀ ਕਿਸੇ ਵਿਸ਼ੇਸ਼ ਸ਼੍ਰੇਣੀ ਦੇ ਹੱਥਾਂ ਵਿੱਚ ਨਹੀਂ ਸਗੋਂ ਸਮੁੱਚੇ ਸਮਾਜ ਦੇ ਹੱਥਾਂ ਵਿੱਚ ਹੁੰਦੀ ਹੈ। ਧੰਨਵਾਦ।